ਹੈਲਪ ਹੈ ਜਾਂ ਗਵਰਨਮੈਂਟ ਆਫ ਇੰਡੀਆ ਥਰੂ ਨਵਾਰਡ ਹੈਲਪ ਦੇ ਰਹੀ ਹੈ FPO ਬਣਾਉਣ ਦੇ ਵਿੱਚ। FPO ਜਿਹੜਾ ਹੈ ਘੱਟੋ ਘੱਟ 300 ਮੈਂਬਰ ਦੱਸਦੇ ਆ ਚ ਫਾਰਮਰ, 300 ਫਾਰਮਰ ਹੋਣਾ ਚਾਹੀਦਾ, ਪਰ ਪੰਜਾਬ ਦੇ ਵਿੱਚ 300 ਨਾ ਰੱਖ ਕੇ ਆਪਾਂ 100 ਤੋਂ ਵੀ ਸਟਾਰਟ ਲੈ ਸਕਦੇ ਹਾਂ। ਤੇ ਇਹਦੇ ਵਿੱਚ ਪਰ ਮੈਂਬਰ 2000 ਰੁਪਏ ਤੱਕ ਤੁਸੀਂ ਮੈਂਬਰਸ਼ਿਪ ਫੀਸ ਜਿਹੜੀ ਆ FPO ਦੀ ਆ ਇਹ ਦਿੱਤੀ ਜਾ ਸਕਦੀ ਆ। ਜੇ FPO ਲੈਵਲ ਤੇ 2000 ਮੈਂਬਰ ਫੀਸ ਪਾਉਂਦਾ ਨਾ ਤੇ ਆਪਣਾ ਇਹ 2000 ਜਿਹੜਾ ਨਵਾਰਡ ਕੰਟਰੀਬਿਊਟ ਕਰੇਗਾ, 2000 ਨਵਾਰਡ ਵੀ ਪੈਰਲਲ ਕੰਟਰੀਬਿਊਟ ਕਰੇਗਾ ਉਹਨਾਂ ਦੀ ਪਰ ਮੈਂਬਰ। ਜੇ ਆਪਾਂ ਮੰਨ ਕੇ ਚੱਲੀਏ 100 ਫਾਰਮਰ ਜੁੜ ਰਿਹਾ ਤੇ ਉਹਦਾ 2000 ਦੇ ਹਿਸਾਬ ਨਾਲ 2 ਲੱਖ ਰੁਪਏ ਬਣ ਜਾਣਾ। ਜੇ ਮੈਂਬਰ ਇੰਨਾ ਜੁਟਾ ਲੈਂਦੇ ਆ ਤਾਂ ਨਵਾਰਡ ਪੈਰਲਲ ਇੰਨਾ ਹੀ ਅਮਾਊਂਟ ਪਾਏਗਾ। ਕਿਸ ਪਰਪਸ ਵਾਸਤੇ ਹੋਏਗੀ? ਜਿਹੜੀ ਬਣਾਉਂਗੇ ਫਾਰਮਰਸ ਦੀ ਫਾਰਮਰ ਆਰਗੇਨਾਈਜੇਸ਼ਨ, ਇਹਦੇ ਵਿੱਚ ਜਿਹੜੀ ਕੰਪਨੀ ਬਣਾਉਂਗੇ ਇੱਕ ਮੈਂਬਰਸ਼ਿਪ ਫੀਸ ਆਪਾਂ ਸ਼ੁਰੂ 'ਚ ਲੈਂਦੇ ਆ ਮੈਂਬਰ ਬਣਾਉਣ ਲਈ। ਉਹਦੇ ਵਿੱਚ ਨਵਾਰਡ ਜਿਹੜਾ ਹੈ ਪੈਰਲਲ ਉਨੀ ਹੀ ਅਮਾਊਂਟ ਪਾਏਗਾ ਨਾਲ, ਠੀਕ ਹੈ। ਉਹ ਕੈਪੀਟਲ ਬੇਸ ਉਹਦਾ ਬਣਾਉਣ ਵਾਸਤੇ। ਫਾਇਦਾ ਕੀ ਹੋਏਗਾ? ਫਾਇਦਾ ਜਿਹੜਾ ਇਹ ਹੈਗਾ, ਇੱਕ ਤਾਂ ਬੈਂਕਾਂ ਵਾਸਤੇ ਇੱਕ ਪ੍ਰਾਵਧਾਨ ਵਿੱਚ ਮੈਂ ਇੱਕ ਐਡ ਕਰਦਾ ਗੱਲ, 1000 ਕਰੋੜ ਦਾ ਫੰਡ ਗਵਰਨਮੈਂਟ ਆਫ ਇੰਡੀਆ ਨਵਾਰਡ ਦੇ ਵਿੱਚ ਤੇ 500 ਕਰੋੜ NCDC ਡਿਪਾਰਟਮੈਂਟ ਹੈਗਾ। ਉਹਨਾਂ ਨੂੰ 3 ਏਜੰਸੀਆਂ ਹੈਗੀਆਂ ਵੈਸੇ, NCDC, ਨਵਾਰਡ ਔਰ SFAC, 3 ਇਨਵੋਲਵ ਹੈਗੀਆਂ FPO ਫਾਰਮੇਸ਼ਨ ਦੇ ਵਿੱਚ ਜਿਹੜੀਆਂ ਆਇਡੈਂਟੀਫਾਈ ਕੀਤੀਆਂ ਹੈਗੀਆਂ। ਤੇ ਇਹਦੇ 'ਚ ਇੱਕ ਬੈਂਕਾਂ ਲਈ ਸੇਫਟੀ ਇਹ ਹੈਗੀ ਹੈ ਕਿ 1000 ਕਰੋੜ ਦਾ ਕ੍ਰੈਡਿਟ ਗਰੰਟੀ ਫੰਡ ਵੀ ਬਣਾਇਆ ਗਿਆ ਹੈ ਤਾਂ ਕਿ ਬੈਂਕਾਂ ਨੂੰ ਕੁਸ਼ਨ ਸੇਫਟੀ ਰਵੇ FPO ਬਣਾਉਣ ਦੇ ਵਿੱਚ। ਇੱਕ ਬੈਕਿੰਗ ਦਿੱਤੀ ਹੈ ਕ੍ਰੈਡਿਟ ਗਰੰਟੀ ਫੰਡ ਦੇ ਵਿੱਚ, ਇੱਕ ਜਿੱਦਾਂ ਸਿਕਿਉਰਿਟੀ ਟਾਈਪ ਦੇ ਵਿੱਚ ਇਹਦਾ ਹੈਲਪ ਮਿਲੇਗੀ। ਤੇ 500 ਕਰੋੜ NCDC ਕੋਲ ਰੱਖਿਆ ਗਿਆ ਹੈ, ਠੀਕ ਹੈ। ਇਹਦੇ 'ਚ ਪ੍ਰੋਜੈਕਟ ਲੋਨ ਮੈਕਸਿਮਮ 2 ਕਰੋੜ ਤੱਕ ਦਿੱਤੇ ਜਾ ਸਕਦੇ ਆ। ਜਿੱਦਾਂ ਇੱਕ ਫਾਰਮਰਸ ਦੀ ਕੰਪਨੀ ਬਣ ਜਾਂਦੀ ਹੈ ਤਾਂ 2 ਕਰੋੜ ਤੱਕ ਬੈਂਕਾਂ ਤੋਂ ਲੋਨ ਇਹਦੇ 'ਚ ਦਿੱਤਾ ਜਾ ਸਕਦਾ ਹੈ। ਜਦੋਂ ਇੱਕ ਸਮੂਹ ਵੱਡਾ ਬਣ ਜਾਂਦਾ ਹੈ ਤਾਂ ਬੈਂਕਾਂ ਦਾ ਵੀ ਇਹ 'ਚ ਫਾਈਨਾਂਸ ਵੱਧ ਸਕਦਾ ਹੈ, ਉਹਦੇ 'ਚ ਵੀ ਕਾਫੀ ਸੰਭਾਵਨਾ ਨਿਕਲ ਸਕਦੀ ਹੈ ਜੇ ਕੰਪਨੀਆਂ ਬਣਨੀਆਂ ਸ਼ੁਰੂ ਹੋ ਜਾਣ। ਇਹਦਾ ਜਿਹੜੀ ਟ੍ਰੇਨਿੰਗ FPO ਦੀ ਹੈਗੀ ਹੈ ਉਹ ਸਾਡੇ ਨਵਾਰਡ ਦੇ ਵਿੱਚ ਵਰਲਡ ਇੰਸਟੀਟਿਊਸ਼ਨ ਹੈਗੀ ਆ, ਉੱਥੇ ਦਿੱਤੀ ਜਾਊਗੀ। ਜਿਹੜੇ ਆਇਡੈਂਟੀਫਾਈ ਹੁੰਦੇ ਆ ਵੀ ਆਹ FPO ਆਪਣੇ ਬਣ ਗਏ ਆ ਜਾਂ ਆਪਣਾ ਉਹਨਾਂ ਦੇ ਨੁਮਾਇੰਦਿਆਂ ਨੂੰ, ਜਿਹੜੇ ਉਹਨਾਂ ਦੇ ਬੋਰਡ ਆਫ ਡਾਇਰੈਕਟਰ 10 ਜਣੇ ਹੁੰਦੇ ਆ, ਉਹਨਾਂ ਨੂੰ ਟ੍ਰੇਨਿੰਗ ਦਾ ਵੀ ਨਵਾਰਡ ਦੇ ਵਿੱਚ ਪ੍ਰਾਵਧਾਨ ਹੈਗਾ। ਬੋਰਡ ਦੇ ਵਿੱਚ ਸਾਡੇ ਖਰਚੇ ਤੇ ਹੋਏਗਾ, ਠੀਕ ਹੈ ਜੀ। ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਸੈਂਟਰਲ ਲੈਵਲ ਤੇ ਇਸ ਪਾਲਿਸੀ ਨੂੰ ਮੋਨੀਟਰ ਕੀਤਾ ਜਾ ਰਿਹਾ ਤੇ ਕੀਤਾ ਜਾਊਗਾ, ਠੀਕ ਹੈ। ਡਿਸਟ੍ਰਿਕਟ ਲੈਵਲ ਦੇ ਵਿੱਚ ਲਾਈਨ ਡਿਪਾਰਟਮੈਂਟ ਹੈਗੇ ਆ, NCDC ਹੈ, ਨਵਾਰਡ ਹੈ, ਲੀਡ ਡਿਸਟ੍ਰਿਕਟ ਮੈਨੇਜਰ ਸਾਹਿਬ ਹੈਗੇ ਆ ਤੇ KVK ਤੋਂ 2 ਐਕਸਪਰਟ ਹੈਗੇ ਆ। ਇਹ ਡਿਸਟ੍ਰਿਕਟ ਲੈਵਲ DC ਸਾਹਿਬ ਚੇਅਰ ਕਰਨਗੇ ਇਸ FPO ਦਾ ਜਿਹੜੀ ਸਕੀਮ ਹੈਗੀ ਹੈ, ਠੀਕ ਹੈ ਜੀ। ਇਹਦੇ 'ਚ 5 ਸਟੈਪ ਹੈਗੇ ਆ ਜੀ, ਜਿਸ 'ਚ ਸਟ੍ਰੈਟਜੀ ਆਫ ਫਾਰਮੇਸ਼ਨ ਆਫ FPO ਹੈਗੀ ਹੈ। ਮੈਂ ਤੁਹਾਨੂੰ ਇੱਕ ਕਾਪੀ ਵੀ ਦੇ ਦਾਂ, ਵੈਸੇ ਤਾਂ ਲਾਈਨ ਡਿਪਾਰਟਮੈਂਟ ਦਾ ਹੈਗਾ ਲੇਕਿਨ ਇਹਦੀ ਇੰਪੋਰਟੈਂਸ ਤਾਂ ਸਾਰਿਆਂ ਵਾਸਤੇ ਹੀ ਹੈਗੀ ਹੈ। ਤਾਂ ਜਿੰਨੀਆਂ ਕਾਪੀਆਂ ਮੈਂ ਹੈਗੀਆਂ ਉਹ ਮੈਂ ਸ਼ੇਅਰ ਕਰ ਦਿੰਦਾ ਜੀ, ਤੁਸੀਂ ਅੱਗੇ ਤੱਕ ਸ਼ੇਅਰ ਕਰ ਦਿਓ ਪਲੀਜ਼। ਜਿੰਨੀਆਂ ਮੇਰੇ ਕੋਲ ਕਾਪੀਆਂ ਮੈਂ ਸ਼ੇਅਰ ਕਰ ਰਿਹਾ। ਅੱਛਾ, ਸਟੈਪ 1 ਹੈਗਾ ਪੇਜ ਨੰਬਰ 5 ਤੇ ਮੈਂ ਗੱਲ ਕਰੂੰਗਾ। ਪੇਜ ਨੰਬਰ 5 ਖੋਲ ਲਓ ਇਸ ਪ੍ਰੈਜੈਂਟੇਸ਼ਨ ਦਾ। ਸਟੈਪ 1 ਦੇ ਵਿੱਚ DDM ਨਵਾਰਡ ਟੂ ਆਇਡੈਂਟੀਫਾਈ ਦਾ ਪੋਟੈਂਸ਼ੀਅਲ ਕਲਸਟਰ, ਐਗਜ਼ਿਸਟਿੰਗ ਪੋਟੈਂਸ਼ੀਅਲ ਫਾਰਮਰ ਗਰੁੱਪਸ, SHG, CIG, PGs, ਰਿਤੂ ਮਿੱਤਰਾ ਐਕਸੈਟਰਾ, ਇਹ ਹੈਲਪ ਕਰਨਗੇ ਇਹਦੇ ਵਿੱਚ ਫਾਰਮੇਸ਼ਨ ਦੇ ਵਿੱਚ, ਠੀਕ ਹੈ। ਜਿਹੜੀ ਇਹ ਮੀਟਿੰਗ ਦਾ ਨਾਮ ਰੱਖਿਆ ਗਿਆ ਇਹਦਾ DMC ਮੀਟਿੰਗ ਨਾਮ ਰੱਖਿਆ ਗਿਆ, ਡਿਸਟ੍ਰਿਕਟ ਲੈਵਲ ਦੀ ਮੋਨੀਟਰਿੰਗ ਕਮੇਟੀ। ਇਹਦੇ ਵਿੱਚ ਮਿਲਕ ਫੈਡਸ ਜਿਹੜੀਆਂ ਮਿਲਕ ਕੋਆਪਰੇਟਿਵਸ ਹੈਗੇ ਉਹ ਵੀ ਹਿੱਸਾ ਲੈ ਸਕਦੇ ਆ, ਜਿੱਦਾਂ ਮਿਲਕ ਫਾਰਮਰਸ ਹੈਗੇ ਉਹ ਵੀ ਜੁੜ ਸਕਦੇ ਆ ਆਪਸ ਦੇ ਵਿੱਚ, ਠੀਕ ਹੈ। ਇਹਦੇ ਵਿੱਚ ਜ਼ਿਆਦਾ ਜੋ ਮੇਨ ਸਟੈਪਸ ਦੇ ਵਿੱਚ ਜੋ ਜ਼ਿਆਦਾ ਇਨਪੁਟ ਨਿਕਲਦੀ ਹੈ ਉਹ ਇਹ ਹੈ ਕਿ ਜਦੋਂ ਕਿਸਾਨ ਜੁੜ ਜੂਗੇ ਤੇ ਉਹ ਇਨਪੁਟਸ ਜਿਹੜੀਆਂ ਆ ਉਹ ਸਸਤੀਆਂ ਹਾਸਲ ਕਰ ਪਾਉਗੇ। ਕੱਲਾ ਫਾਰਮਰ ਮਾਰਕੀਟ ਜਾਂਦਾ ਹੈ ਤੇ ਚੀਜ਼ ਹੋਰ ਭਾਅ ਮਿਲਦੀ ਹੈ। ਜੇ 100 ਜਣਾ, 200 ਜਣਾ, 300 ਜਣਾ ਜੁੜ ਜਾਂਦਾ ਹੈ ਤਾਂ ਜਿਹੜੀਆਂ ਤੁਹਾਡੀਆਂ ਇਨਪੁਟਸ ਹੈਗੀਆਂ ਫਾਰਮਰ ਲੈਵਲ 'ਤੇ ਉਹ ਇਕੱਠੀਆਂ ਨੈਗੋਸ਼ੀਏਟ ਕਰਕੇ ਸਸਤੀਆਂ ਤੁਹਾਨੂੰ 15-20% ਸਸਤੀਆਂ ਮਿਲ ਸਕਦੀਆਂ। ਇਹਦੇ ਨਾਲ ਤੁਹਾਡੀ ਕਾਸਟ ਜਿਹੜੀ ਹੈ ਫਾਰਮਰਸ ਦੀ ਉਹ ਘੱਟ ਆਏਗੀ, ਕਾਸਟ ਆਫ ਜਿਹੜੀ ਇਨਪੁਟਸ ਆ ਉਹ ਘਟਦੀ ਹੈ ਆਪਣੀ, ਠੀਕ ਹੈ ਜੀ। ਇਹਦੇ 'ਚ ਨਵਾਰਡ ਕਿਉਂਕਿ 1 ਮੈਨ ਆਫਿਸ ਹੈਗਾ ਆ ਤੇ ਆਫਿਸ ਸਾਡਾ ਫਿਰੋਜ਼ਪੁਰ ਵਿੱਚ ਹੈਗਾ, ਫਾਜ਼ਿਲਕਾ ਮੇਰੇ ਕੋਲ ਐਡੀਸ਼ਨਲ ਚਾਰਜ ਹੈਗਾ ਤੇ ਇਹ
ਥੋੜਾ ਲੋਡ ਪਏਗਾ ਇਹਦਾ, ਉਹਦੇ ਲਈ ਅਸੀਂ ਇੱਕ ਏਜੰਸੀ ਹਾਇਰ ਕਰ ਰਹੇ ਹਾਂ, CBBOs ਜਿਹਨੂੰ ਕਹਿੰਦੇ ਆ, ਉਹ ਆਇਡੈਂਟੀਫਾਈ ਕਰ ਲਈ ਹੋਈ ਹੈ। ਅਬੋਹਰ ਦੇ ਵਿੱਚ ਆਇਡੈਂਟੀਫਾਈ ਕਰੀ ਹੈਗੀ ਹੈ NCDC ਦੁਆਰਾ ਆ, ਔਰ ਕਿੰਨੂ ਜਿਹੜੀ ਵੈਜੀਟੇਬਲ ਹੈ ਇਹ ਚੁਣੀ ਗਈ ਹੈ। 4 ਜਿਹੜੇ ਬਲਾਕ ਹੈਗੇ ਇਹਨਾਂ 'ਚ ਇੱਕ FPO ਬਣਾਉਣ ਦਾ ਪ੍ਰਾਵਧਾਨ ਕੀਤਾ ਗਿਆ ਹੈ, ਤੇ ਨਵਾਰਡ ਮੈਚਿੰਗ ਉਹੀ ਜਿਹੜੀ ਮੈਂ ਤੁਹਾਨੂੰ ਦੱਸੀ ਕੰਟਰੀਬਿਊਸ਼ਨ ਦਊਗਾ, ਟ੍ਰੇਨਿੰਗ ਦਊਗਾ, ਇਹ ਚੀਜ਼ਾਂ ਉੱਚ ਸ਼ਾਮਲ ਨੇ। ਅੱਛਾ, ਇਕੱਠੇ ਹੋਣ ਦਾ ਫਾਇਦਾ ਮੈਂ ਇਹੀ ਦੱਸਿਆ ਵੀ ਜਿਹੜੀ ਕਾਸਟ ਆਫ ਇਨਪੁਟਸ ਹੈ ਉਹ ਥੱਲੇ ਆਉਣੀ ਹੈ, ਫਾਰਮਰ ਦੀ ਕਾਸਟ ਆਫ ਇਨਪੁਟ ਥੱਲੇ ਆਏਗੀ ਤਾਂ ਉਹ ਲੋਨਿੰਗ ਲਈ ਵੀ ਤੁਹਾਡੇ ਲਈ ਇੱਕ ਬੈਂਕਾਂ ਨੂੰ ਮੈਂ ਖਾਸ ਕਰਕੇ ਕਹਿੰਦਾ ਕਿ ਉਹ 'ਚੋਂ ਵੀ ਇੱਕ ਸੰਭਾਵਨਾ ਨਿਕਲਦੀ ਹੈ ਲੋਨਿੰਗ ਐਸਪੈਕਟ ਦੀ। ਮੈਕਸਿਮਮ 2 ਕਰੋੜ ਤੱਕ ਲੋਨ ਦਿੱਤਾ ਜਾ ਸਕਦਾ ਹੈ। ਉਹ ਲੋਨ ਜਿਹੜੇ ਆ ਉਹ ਕ੍ਰੈਡਿਟ ਗਰੰਟੀ ਫੰਡ ਜਿਹੜਾ ਨਵਾਰਡ ਕੋਲ ਸਰਕਾਰ ਨੇ ਰੱਖਿਆ ਹੈ, ਔਰ 500 ਕਰੋੜ NCDC ਕੋਲ ਰੱਖਿਆ ਹੈ, ਉਹ ਕੁਸ਼ਨ ਕਰੂਗੇ, ਉਹ ਤੁਹਾਡੀ ਸੇਫਟੀ ਦਊਗੇ ਇਹਦੇ 'ਚ। ਠੀਕ ਹੈ ਜੀ, ਮੋਟੀਆਂ ਗੱਲਾਂ ਮੈਂ ਇੱਕ FPO ਜਿਹੜਾ ਸੋਚਿਆ ਜਾਂਦਾ ਹੈ ਵੀ 4-5 ਕਿਲੋਮੀਟਰ, ਹਰ 4-5 ਕਿਲੋਮੀਟਰ ਤੇ ਇੱਕ FPO ਹੋਵੇ, ਹਰ 4-5 ਕਿਲੋਮੀਟਰ ਤੇ। ਉਹਦੇ ਨਾਲ ਕਿਹਾ ਹੈ ਕਿ ਜਿਹੜੇ ਉਸ ਏਰੀਏ ਦੇ ਲੋਕ ਹੈ ਉਹ ਜੁੜ ਕੇ, ਫਾਰਮਰ ਜਿਹੜੇ ਆ ਕਮਿਊਨਿਟੀ, ਉਹ ਇਕੱਠੇ ਇਨਪੁਟ ਤੇ ਜਦੋਂ ਆਪਣੀ ਆਊਟਪੁੱਟ ਆ ਗਈ, ਤਿਆਰ ਹੋ ਕੇ ਕੋਈ ਚੀਜ਼ ਉਹਨਾਂ ਦੀ ਫਸਲ ਆ ਗਈ, ਉਹ ਵੀ ਇਕੱਠੇ ਹੋ ਕੇ ਜੇ ਇੱਕ ਜਾਂਦਾ ਆ ਬੰਦਾ, ਤਾਂ ਹੁਣ ਜਿੱਦਾਂ ਅੱਗੇ ਥੋੜਾ ਜਿਹਾ ਮੰਡੀਆਂ ਦਾ ਡਿਸਟਰਬ ਹੋ ਰਿਹਾ ਸਿਸਟਮ, ਦੇ ਕੰਪਨੀ ਬਣਾ ਕੇ ਅਸੀਂ ਉਸ ਰੂਟ ਤੇ ਪੈ ਸਕਦੇ ਹਾਂ। ਫਾਇਦਾ ਇਹ 'ਚ ਆਹ ਦੱਸਿਆ ਵੀ ਜਦੋਂ ਤੁਸੀਂ ਸਾਰੇ ਜੁੜ ਕੇ ਫਾਰਮਰ ਜਿਹੜੇ ਸਾਡੇ ਕੇਸ ਆਉਂਦੇ ਆ ਅਗਰ FPO ਦੇ ਵਿੱਚ, ਉਹਨਾਂ ਫਾਰਮਰਸ ਦਾ ਇਹ ਫਾਇਦਾ ਹੈ ਕਿ ਉਹ ਆਪਣੇ ਜੁੜ ਕੇ ਜਦੋਂ ਆਊਟਪੁੱਟ ਵੇਚੂਗੇ ਤਾਂ ਖੁਦ ਮਾਰਕੀਟ ਤੁਹਾਡੇ ਕੋਲ ਤੁਰ ਕੇ ਆਊਗੀ। ਜੇ 200-300 ਫਾਰਮਰ ਇਕੱਠਾ ਆ, ਆਪਣੀ ਸਪਲਾਈ ਇਕੱਠੀ ਰੱਖ ਕੇ ਬੈਠਾ ਪੈਦਾਵਾਰ, ਉਹਦੇ ਵਿੱਚ ਵੀ ਉਹਨੂੰ ਬੈਟਰ ਰੇਟ ਮਿਲੇਗਾ। ਠੀਕ ਹੈ ਜੀ, ਇੱਕ ਇਹਦੇ ਵਿੱਚ ਸਕਸੈਸ ਸਟੋਰੀ ਅਜਮੇਰ ਰਾਜਸਥਾਨ ਤੋਂ ਹਾਸਲ ਹੋਈ ਹੈ ਸਾਨੂੰ, ਉਹ ਮੈਂ ਥੋੜਾ ਜਿਹਾ ਐਕਸਪੀਰੀਅੰਸ ਸ਼ੇਅਰ ਕਰੂੰਗਾ। ਅਜਮੇਰੂ FPC ਕਰਕੇ ਆ, ਅਜਮੇਰੂ ਫਾਰਮਰ ਪ੍ਰੋਡਿਊਸਰ ਕੰਪਨੀ। ਇਹਨਾਂ ਨੇ 2011-12 ਦੇ ਲਾਗੇ ਛਾਗੇ ਸ਼ੁਰੂ ਕਰੀ ਸੀਗੀ ਜੀ, ਤੇ ਇਹਨਾਂ ਦਾ ਪ੍ਰੈਜੈਂਟੇਸ਼ਨ ਜਿੰਨੇ ਮੈਂ ਪ੍ਰੋਵਾਈਡ ਕਰੇ ਆ ਤੁਸੀਂ ਉਹਨਾਂ 'ਚ ਦੇਖ ਸਕਦੇ ਹੋ। ਇਹਨਾਂ ਦੇ ਸ਼ੇਅਰ ਹੋਲਡਰ ਤਕਰੀਬਨ 2250 ਹੈਗੇ ਆ। ਅੱਛਾ, ਇਹ 2011-12 ਦੇ ਵਿੱਚ ਬਣੀ ਸੀਗੀ ਕੰਪਨੀ, ਤੇ ਹੁਣ ਮੈਂ ਇਹਨਾਂ ਨਾਲ ਜਦ ਮੇਰੇ ਕੋਲ ਪ੍ਰੈਜੈਂਟੇਸ਼ਨ ਆਈ ਨਵਾਰਡ ਵੱਲੋਂ ਵੀ ਇਹਦੀ ਸਕਸੈਸ ਸਟੋਰੀ ਦੱਸੀ ਗਈ ਆ, ਤਾਂ ਮੈਂ ਮੌਜੂਦਾ ਸਮੇਂ ਵਿੱਚ ਜਿਹੜੇ ਓਮ ਪ੍ਰਕਾਸ਼ ਨਿਵਾਸ ਹੈਗੇ ਆ, CEO ਹੈਗੇ ਆ ਇਹਦੇ FPC ਦੇ, ਉਹਨਾਂ ਦਾ ਫ਼ੋਨ ਨੰਬਰ 94135, ਜੇ ਕੋਈ ਲਿਖਣਾ ਚਾਹਵੇ 94135 44543। ਮੇਰੇ ਕੋਲ ਐਗਜ਼ਾਮਪਲ ਆਈ, ਡੈਮੋ ਆਇਆ, ਤਾਂ ਮੈਂ ਸੋਚਿਆ ਇਸ FPO ਦਾ ਉਦਾਹਰਣ ਦਿੱਤਾ ਗਿਆ, ਇਹਦੀ ਮੌਜੂਦਾ ਸਥਿਤੀ ਕੀ ਹੈ। ਤਾਂ ਮੌਜੂਦਾ ਸਥਿਤੀ ਮੈਂ ਇਹ ਪਾਇਆ ਕਿ ਇਹਨਾਂ ਨੇ ਫਾਇਦਾ ਦੱਸਿਆ ਬਣਨ ਦਾ। ਇਹਨਾਂ ਨੇ ਇਹ ਕਹਿੰਦੇ ਕਿ ਠੀਕ ਹੈ, ਇਹਦੇ ਵਿੱਚ ਤਾਂ ਵੈਸੇ ਕਿਹਾ ਸਰਕਾਰ ਨੇ ਵੀ ਟੈਕਸ ਪੂਰੀ ਤਰ੍ਹਾਂ ਐਗਜ਼ੈਂਪਟਡ ਹੋਏਗਾ, 4-5 ਸਾਲ ਦੀ ਟੈਕਸ ਹੋਲੀਡੇ ਹੋਏਗਾ, ਲੇਕਿਨ ਉਹ ਕਿਸੇ ਹੋਰ ਨਾਮ 'ਚ, ਮੈਂ ਉਹ ਵੀ ਕਲੀਅਰ ਕਰ ਦੇਣਾ ਚਾਹੁੰਦਾ, ਜਿਹੜਾ ਦੂਸਰਾ ਐਸਪੈਕਟ ਹੈਗਾ ਉਹ MAT ਦੇ ਨਾਮ ਤੇ ਕੋਈ ਟੈਕਸ ਲੈਂਦੇ ਆ 17-18% ਮਿਨੀਮਮ ਅਲਟਰਨੇਟ ਟੈਕਸ ਦੇ ਨਾਂ ਤੇ, ਲੇਕਿਨ ਉਹ ਟੈਕਸ 15-18 ਲੱਖ ਰੁਪਏ ਇਹਨਾਂ ਸਾਲਾਂ ਦੇ ਵਿੱਚ ਪੇ ਵੀ ਕਰ ਚੁੱਕੇ ਆ। ਉਹ ਐਡਜਸਟੇਬਲ ਵੀ ਹੈਗਾ ਅੱਗੇ ਦੇ ਈਅਰਸ ਵਿੱਚ, ਲੇਕਿਨ ਫਿਰ ਵੀ ਉਹ ਖੁਸ਼ ਨਜ਼ਰ ਆਏ ਮੈਨੂੰ। ਮੈਂ ਆ ਫੋਨ ਤਾਂ ਹੀ ਸ਼ੇਅਰ ਕਰਿਆ ਤੁਹਾਡੇ ਨਾਲ, ਮੈਂ ਫੋਨ ਫਿਰ ਰਿਪੀਟ ਕਰ ਦਿੰਦਾ, ਜੇ 94135 44543 ਐਗਜ਼ਾਮਪਲ ਮੇਰੇ ਕੋਲ ਆਈ, ਤਾਂ ਮੈਂ ਉਸ ਬੰਦੇ ਨਾਲ ਤਾਂ ਹੀ ਗੱਲ ਕਰੀ ਵੀ ਮੌਜੂਦਾ ਮੈਨੂੰ ਸਥਿਤੀ ਪਤਾ ਵੀ ਲੱਗੇ ਕਿਸ ਪੋਜੀਸ਼ਨ 'ਚ ਨੇ। ਓਮ ਪ੍ਰਕਾਸ਼ ਨਿਵਾਸ CEO ਜਿਹੜੇ FPO ਦੇ ਹੈਗੇ ਆ, ਇਹਨਾਂ ਨੂੰ ਮਾਰਕੀਟ ਲਿੰਕੇਜ ਦੇ ਵਿੱਚ ਜਾਂ FPO ਬਣਨ ਨਾਲ ਕਿਆ ਫਾਇਦਾ ਹੋਇਆ, ਉਹ ਮੈਂ ਪੇਜ ਨੰਬਰ 11 ਦੇ ਉੱਤੇ ਦਰਸਾਇਆ ਗਿਆ ਹੈ। ਇਹ ਤਕਰੀਬਨ 17 ਏਜੰਸੀਆਂ ਨਾਲ ਜੁੜ ਪਾਏ, ਸੀਡਸ, ਫਰਟੀਲਾਈਜ਼ਰ ਤੇ ਇੰਸ਼ੋਰੈਂਸ, ਤੇ ਇਹ 17 ਤਰ੍ਹਾਂ ਦੀਆਂ ਕੰਪਨੀਆਂ ਇਹਨਾਂ ਦੇ ਕੰਟੈਕਟ 'ਚ ਆਈਆਂ, ਔਰ ਇਹ ਫਾਰਮਰਸ ਨੂੰ ਇੱਕ ਥਾਂ ਤੇ ਜਿਹੜਾ FPO ਬਣਿਆ, ਉਹਨਾਂ ਨੂੰ ਇੱਕ ਥਾਂ ਤੇ ਆਪਣੀ ਮਦਦ ਦੇ ਪਾਏ, ਕਿਉਂਕਿ ਇਹ ਸਮੂਹ ਬਣ ਗਿਆ ਨਾ ਵੱਡਾ। ਤੇ ਸਮੂਹ ਦੇ ਵਿੱਚ ਇਹਨਾਂ ਨੂੰ ਫਿਰ ਸੀਡ ਕਾਰਪੋਰੇਸ਼ਨ, ਰਾਜਸਥਾਨ ਸਟੇਟ ਸੀਡ ਕਾਰਪੋਰੇਸ਼ਨ, ਇੰਡੀਅਨ ਪੋਟਾਸ਼ ਯਾਨੀ ਕਿ ਫਰਟੀਲਾਈਜ਼ਰ ਵਾਲੇ, NRCS ਦੱਸਿਆ, ICR ਦੱਸਿਆ, ਨੇਮ ਜੈਪੁਰ, ਇਫਕੋ, ਕਰਨਾਟਕਾ ਐਗਰੋ ਕੈਮੀਕਲਸ, ਗੋਦਰੇਜ ਐਗਰੋਵੈਟ, ਇਸ ਤਰ੍ਹਾਂ ਦੇ ਹੋਰ ਫਰਟੀਲਾਈਜ਼ਰ ਕੰਪਨੀਆਂ ਹੈਗੀਆਂ, ਰਿਜਵਨ ਸੀਡਸ। ਕਹਿਣ ਦਾ ਭਾਵ ਫਾਰਮਰ ਵੀ ਇਹਨਾਂ ਤੋਂ ਇਹ ਖੁਦ ਤੁਰ ਕੇ ਆਏ। ਜਦੋਂ ਇੱਕ ਸਮੂਹ ਵੱਡਾ ਹੋ ਗਿਆ ਫਾਰਮਰਸ ਦਾ, ਇਨਪੁਟ ਉਹਨਾਂ ਦੀ ਕੁਆਂਟੀਟੀ ਵੱਧ ਗਈ ਨਾ, ਹਰ ਕੰਪਨੀ ਡੀਲ ਕਰਨ ਦੇ ਵਿੱਚ ਫਿਰ ਮਹਿਸੂਸ ਕਰਦੀ ਹੈ ਕਿ ਮੈਂ ਬੜਾ
ਤੇ ਇਹਦੇ ਵਿੱਚ ਇਹਨਾਂ ਦੀ 15-20% ਕਾਸਟ ਥੱਲੇ ਆਈ ਆ। ਠੀਕ ਹੈ ਜੀ। ਅਗਲਾ 12 ਪੇਜ ਦੇ ਵਿੱਚ ਇਹਨਾਂ ਨੂੰ ਮੈਂ ਇਹਨਾਂ ਦਾ ਟਰਨਓਵਰ ਜੋ ਸ਼ੇਅਰ ਕਰਿਆ ਹੈ ਸਾਡੇ ਨਾਲ 12-13 ਦੇ ਵਿੱਚ ਇਹਨਾਂ ਨੇ 62 ਲੱਖ ਸੇਲ ਕਰੀ ਜੀ FPO ਨੇ, ਔਰ ਜੋ ਵੱਧ ਕੇ 18-19 ਦਾ ਜਿਹੜਾ ਹੈਗਾ ਹੈ 2.68 ਕਰੋੜ ਤੱਕ ਇਹ FPO ਪਹੁੰਚ ਗਿਆ। FPO ਦਾ ਜਿਹੜਾ ਹੈਡ ਹੈ ਉਹ ਕਹਿੰਦਾ ਵੀ ਮੈਨੂੰ ਫਾਇਦਾ ਰਿਹਾ, ਬਾਵਜੂਦ ਅਸੀਂ ਕਿਸੇ ਹੋਰ ਮੁੱਦੇ ਤੇ ਟੈਕਸ ਵੀ ਚਾਹੇ ਸਾਨੂੰ ਦੇਣਾ ਪਿਆ, ਲੇਕਿਨ ਉਹ ਵੀ ਰਿਫੰਡੇਬਲ ਹੈ ਫਿਊਚਰ ਈਅਰਸ ਦੇ ਵਿੱਚ, ਲੇਕਿਨ ਸਾਨੂੰ ਫਾਇਦਾ ਰਿਹਾ। ਠੀਕ ਹੈ ਜੀ, ਬਸ ਇਹ ਮੇਨ ਸੀਗਾ ਜੀ। ਥੈਂਕ ਯੂ ਜੀ। ਸਰ ਇਹਦੇ ਬਾਰੇ ਜੇ ਫਾਰਮਰ ਜੁੜਨਾ ਚਾਹਣ ਤੇ ਉਹ ਕਿਹੜੇ ਦਫ਼ਤਰ ਨਾਲ ਰਾਬਤਾ ਕਰਨ? ਇਹ ਸਰ ਇਹਦਾ ਹੈਗਾ CBO ਜਿਹੜਾ ਹੈਗਾ ਸਰ ਸਿਲੈਕਟ ਹੁਣੇ ਕੀਤਾ ਗਿਆ ਪ੍ਰੋਸੈਸ ਵਿੱਚ ਹੈਗਾ। NCDC ਨੂੰ ਅਲਾਟ ਆ ਇਹ ਏਰੀਆ ਵੈਸੇ ਇਨ ਜਨਰਲ ਨਹੀਂ, ਜੇ ਉਹ ਸਿੱਧਾ ਨਬਾਰਡ ਨਾਲ ਵੀ ਇੱਕ ਵਾਰ ਰਾਬਤਾ ਕਰ ਲੈਣ ਤੇ ਚੱਲੇਗਾ, ਤੁਸੀਂ ਫਿਰ ਅੱਗੇ ਰਾਹ ਪਾ ਦੋਗੇ? ਹਾਂ, ਮੈਂ ਵੀ ਰਾਹ ਪਾ ਦੂੰਗਾ, ਕੋਈ ਗੱਲ ਨਹੀਂ। ਮੇਰਾ ਨੰਬਰ ਮੈਂ ਇਸ ਕਰਕੇ ਬੋਲ ਰਿਹਾ ਇੱਥੇ 70171 4828 ਅਸ਼ਵਨੀ ਕੁਮਾਰ ਜੀ ਨਵਾੜ ਫਿਰੋਜ਼ਪੁਰ, ਐਡੀਸ਼ਨਲ ਚਾਰਜ ਪਾ ਜੀ। ਠੀਕ ਹੈ ਜੀ, ਮੇਰੇ ਤੋਂ ਵੀ ਲੈ ਸਕਦੇ, ਮੈਂ ਅੱਗੇ ਡਾਇਰੈਕਟ ਕਰ ਦੂੰਗਾ ਇਹਨਾਂ ਨੂੰ। ਏਜੰਸੀ ਦਾ ਮੈਂ ਨੰਬਰ ਪ੍ਰੋਕਿਓਰ ਕਰਕੇ ਏਜੰਸੀ ਦਾ ਨੰਬਰ ਵੀ ਸ਼ੇਅਰ ਕਰ ਦੂੰਗਾ ਇਹਨਾਂ ਨਾਲ। ਫਾਜ਼ਿਲਕਾ ਦੀ NCDC ਆ, ਨੈਸ਼ਨਲ ਨੈਸ਼ਨਲ ਕਾਰਪੋਰੇਟ ਡਿਵੈਲਪਮੈਂਟ ਕਾਰਪੋਰੇਸ਼ਨ, ਇਹ ਏਜੰਸੀ ਨੂੰ ਇਹ ਏਰੀਆ ਅਲੋਟਡ ਆ, ਔਰ ਫਿਰੋਜ਼ਪੁਰ ਜਿਹੜਾ ਹੈ ਉਹ ਨਵਾੜ ਕੋਲੇ ਹੈ ਮੇਰੇ ਕੋਲ। तो एक फोन नंबर दोबारा शेयर कर दो।